ਇੱਥੇ ਬੰਦਿਆਂ ਦੀ ਹੁਣੇ ਅਰੈਸਟ ਪੈਣੀ ਚਾਹੀਦੀ ਇੱਥੇ ਇੱਥੇ ਅਰੈਸਟ ਪੈਣੀ ਚਾਹੀਦੀ। ਬੰਦਾ ਨਹੀਂ ਮੈਂ ਕੋ ਜਾਣ ਦੇਣਾ। ਦੁਕਾਨ ਬੰਦ, ਦੁਕਾਨ ਤੇ ਨਹੀਂ ਖੁੱਲਣ ਦਿੰਦੇ ਜਦੋਂ ਪਰਚਾ ਨਹੀਂ ਕਰਦੇ। ਦੁਕਾਨ ਸੀਲ ਹੋਏਗੀ ਇਦਾਂ ਥੋੜੀ। ਆ ਵੇਖ ਲਓ, ਆ ਹਾਲ ਵੇਖ ਲਓ। ਇੱਥੇ ਆ ਸੁਖਮਨੀ ਸਾਹਿਬ ਹਿੰਦੀ ਦੇ, ਆ ਪੰਜਾਬੀ ਦੇ, ਆ ਮਿੱਟੀ ਤੁਸੀਂ ਆ ਦੇਖ ਲਓ। ਆ ਤੁਹਾਡੇ ਸਾਹਮਣੇ ਆ ਦੇਖੋ ਮਿੱਟੀ, ਆ ਹਾਲ ਨੇ। ਯਾਰ ਕਮਾਲ ਗੱਲ ਕਰਦੇ ਹੋ। ਕੀ ਗੱਲ ਕਰਨੀ ਸਾਡੇ ਨਾਲ ਤੁਸੀਂ? ਇਹ ਕੀ ਹੈ? ਇਹ ਮਜ਼ਾਕ ਹੈ ਸਾਡੇ ਨਾਲ? ਸਾਡੀ ਜਾਨ ਸਾਡੀ ਹੈ। ਪ੍ਰੋ ਕਰ ਦੋ ਗਿਣਤੀ ਗਿਆਨੀ ਜੀ ਤੁਸੀਂ ਬਾਬਾ ਜੀ ਖੜੇ ਆ ਅਸੀਂ ਇੱਥੇ। ਆ ਗੁਟਕਾ ਸਾਹਿਬ ਪਏ ਨੇ, ਆ ਦੁਕਾਨ ਹੈ ਬਈ। ਇਹ ਕਿੰਨੀ ਦੇਰ ਤੋਂ ਸੇਲ ਕਰਦੇ ਹੋ ਤੁਸੀਂ ਗੁਟਕਾ ਸਾਹਿਬ? ਆ ਸਾਰੇ ਗੁਟਕਾ ਸਾਹਿਬ ਨੇ। ਆ ਗੁਟਕਾ ਸਾਹਿਬ ਇਹ ਵੀ ਪੁੱਠਾ ਪਿਆ, ਕੋਈ ਕਿੱਦਾਂ ਪਿਆ ਬਿਨਾਂ ਗਿਆਨੀ ਮੋਹਨ ਸਿੰਘ। ਆ ਸਾਰੇ ਗੁਟਕਾ ਸਾਹਿਬ ਨੇ। ਆ ਉੱਪਰ ਨਿਤਨੇਮ ਦੇ ਫੜੀ ਮੜੇ ਦੁੱਲੇ ਤੁਨੇ ਕੋਈ ਨਹੀਂ ਬੇਟਾ, ਕੱਪੜੇ ਨਾ ਫੜ ਤੂੰ ਫੜ। ਇਹ ਆ ਤੁਹਾਡੇ ਸਾਹਮਣੇ ਤੁਸੀਂ ਦੇਖੋ ਵੀ ਇਹ ਕੀ ਹਾਲਾਤ ਇੱਥੇ ਬਣੇ ਹੋਏ ਨੇ ਬਈ। ਕਿੰਨੀ ਦੇਰ ਤੋਂ ਕਿੱਥੇ ਮੁੰਡਾ ਕਿੱਥੇ ਆ? ਤੇ ਕਿੰਨੀ ਦੇਰ ਤੋਂ ਤੁਸੀਂ ਵੇਚਦੇ ਗੁਟਕਾ ਸਾਹਿਬ ਇੱਥੇ? ਰਵੀ ਜੀ ਭਰਾਓ ਸਾਡੇ, ਤੁਸੀਂ ਦੱਸੋ ਆ ਕਿੱਥੋਂ ਗੁਟਕਾ ਸਾਹਿਬ ਤੁਹਾਡੇ ਕੋਲ ਇਹ ਆਉਂਦੇ ਨੇ? ਕੌਣ ਲੈ ਕੇ? ਦੁਕਾਨਦਾਰ ਤੋਂ। ਕਿਹੜਾ ਦੁਕਾਨਦਾਰ? ਅੰਬਾਲੇ ਦਾ। ਹਾਂਜੀ, ਤੁਹਾਡੇ ਕੋਲ ਅਥਾਰਟੀ ਕੀ ਆ ਗੁਟਕਾ ਸਾਹਿਬ ਵੇਚਣ ਦੀ? ਨਹੀਂ, ਧਾਰਮਿਕ ਡਿਮਾਂਡ ਤੁਹਾਡੀ ਹੈਗੀ ਆ। ਤੁਹਾਡੀਆਂ ਧਾਰਮਿਕ ਰਿਲੀਜੀਅਸ ਬੁੱਕ ਜਿਹੜੀਆਂ ਨੇ ਉਹ ਦੂਜੇ ਪਾਸੇ ਪਈਆਂ ਹੋਈਆਂ ਨੇ, ਨੋਰਮਲ ਪਈਆਂ ਨੇ। ਪਰ ਤੁਹਾਨੂੰ ਇਹਦਾ ਸਤਿਕਾਰ ਪਤਾ? ਗੁਰਬਾਣੀ ਦਾ ਸਤਿਕਾਰ ਕਿਵੇਂ ਜਾਂ ਕੀ ਹੈ? ਤੁਹਾਡੇ ਕੋਲ ਕੀ ਅਥਾਰਟੀ ਹੈ? ਤੇ ਜਿਹੜਾ ਤੁਹਾਨੂੰ ਦੁਕਾਨਦਾਰ ਦੇ ਰਿਹਾ ਹੈ ਉਹ ਦੁਕਾਨਦਾਰ ਕੌਣ ਹੈ? ਕੀ ਨਾਮ ਹੈ ਇਹਦਾ? ਉਹ ਵੀ ਦੱਸੋ। ਨਹੀਂ, ਤੁਹਾਡੇ ਕੋਲ ਇਹਦੀ ਅਥਾਰਟੀ ਕਿਹਦੇ ਦਿੱਤੀ ਤੁਹਾਨੂੰ ਵੇਚਣ ਦੀ? ਪਹਿਲਾਂ ਦੱਸ ਦਿਓ। ਧਾਰਮਿਕ ਤੋਂ ਤੁਸੀਂ ਕਹਿ ਦਾਂ ਨਹੀਂ। ਤੁਸੀਂ ਇਹ ਹਾਲਾਤ, ਇੱਕ ਮਿੰਟ ਆ ਦੇਖੋ ਸੰਗਤ ਜੀ। ਇੱਥੋਂ ਅਸੀਂ ਗੁਟਕਾ ਸਾਹਿਬ ਚੱਕੇ ਨੇ। ਆ ਦੇਖੋ ਇਹਨਾਂ ਦੇ ਹਾਲਾਤ। ਇੱਥੋਂ ਅਸੀਂ ਇਹ ਗੁਟਕਾ ਸਾਹਿਬ ਆ ਸਾਰੇ ਆ ਤੋਂ ਆ ਪਿੱਛੇ ਦੇਖੋ, ਆ ਫੜੀ ਮਾੜੇ ਸੋਹਣੇ, ਆ ਫੜੀ ਆ ਗੁਟਕਾ ਸਾਹਿਬ ਤੁਸੀਂ ਦੇਖ ਲਓ। ਆ ਦਿਲੇ ਦਿਖਾ ਦੇ ਯਾਰ, ਆ ਕੀ ਹਾਲ ਹੈ ਦੱਸ ਯਾਰ। ਆ ਵੇ ਆ ਕੀ ਹਾਲ ਹੈ? ਆ ਹਾਲ ਕੀ ਹੈ? ਅਰੇ ਯਾਰ ਆਪਾਂ ਕਹਿੰਦੇ ਆ ਵੀ ਫਲਾਣੀ ਜਗ੍ਹਾ ਗੁਟਕਾ ਸਾਹਿਬ ਦੀ ਬੇਅਦਬੀ ਹੋ ਗਈ, ਫਲਾਣੀ ਜਗ੍ਹਾ ਗੁਟਕਾ ਸਾਹਿਬ ਦੀ ਬੇਅਦਬੀ ਹੋ ਗਈ। ਕਿੱਥੋਂ ਲੈ ਕੇ ਜਾਂਦੇ ਨੇ ਲੋਕ? ਇੱਦਾਂ ਹੀ ਲੈ ਕੇ ਜਾਂਦੇ ਹੋਣਗੇ ਦੁਕਾਨਾਂ ਤੋਂ। ਇੱਦਾਂ ਹੀ ਲੈ ਕੇ ਜਾਂਦੇ ਹੋਣਗੇ ਦੁਕਾਨਾਂ ਤੋਂ। ਕੋਈ ਜਾ ਕੇ ਕੋਈ ਕਿੱਥੇ ਕੋਈ ਪਾੜ ਦਿੰਦਾ, ਕੋਈ ਸੁੱਟ ਦਿੰਦਾ, ਕੋਈ ਕੁਛ ਕਰ ਦਿੰਦਾ। ਇੱਦਾਂ ਹੀ ਲੈ ਕੇ ਜਾਂਦੇ ਨੇ। ਇੱਦਾਂ ਹੀ ਗੁਟਕਾ ਸਾਹਿਬ ਦੀ ਬੇਅਦਬੀ ਹੁੰਦੀ ਨੇ। ਇੱਦਾਂ ਹੀ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਹੁੰਦੀ ਹੈ। ਵੀ ਜਿਹਦਾ ਦਿਲ ਕਰੇ ਉਹ ਵੇਚ ਲੈਂਦਾ, ਜਿਹਦਾ ਦਿਲ ਕਰੇ ਉਹਦਾ ਆਪਣਾ ਰੱਖ ਕੇ ਆਪਣਾ ਬਿਜ਼ਨਸ ਬਣਾਇਆ ਹੋਇਆ। ਭਾਜੀ ਕਿਤਾਬਾਂ ਨਹੀਂ ਹੈਗੀਆਂ, ਵਾਰ-ਵਾਰ ਕਹਿ ਰਿਹਾ ਤੂੰ ਰਵੀ ਜੀ, ਇਹ ਕਿਤਾਬਾਂ ਨਹੀਂ ਹੈਗੀਆਂ। ਹਾਂ ਯਾਰ ਕਮਾਲ ਗੱਲ ਕਰਦੇ ਹੋ। ਕੀ ਗੱਲ ਕਰਨੀ ਸਾਡੇ ਨਾਲ ਤੁਸੀਂ? ਇਹ ਕੀ ਹੈ? ਇਹ ਮਜ਼ਾਕ ਹੈ ਸਾਡੇ ਨਾਲ? ਸਾਡੀ ਜਾਨ ਸਾਡੀ ਹੈ। ਹੈ ਡਿਮਾਂਡ ਗੁਰੂ ਗ੍ਰੰਥ ਸਾਹਿਬ ਦੀ ਕਰਨੀ, ਉਹ ਵੀ ਲਿਆਓਗੇ? ਫਿਰ ਲਿਆਓਗੇ ਡਿਮਾਂਡ ਤੇ ਗੁਰੂ ਗ੍ਰੰਥ ਸਾਹਿਬ? ਅਖੇ ਡਿਮਾਂਡ ਕਰਦੇ ਲੋਕ। ਆ ਬਾਕੀ ਜੋ ਮਰਜ਼ੀ ਹੈ। ਚਲੋ ਹੁਣ ਆ ਸ਼੍ਰੀ ਜਨਮ ਪਵਿੱਤਰ ਹੈ, ਉਹਦੇ ਵਿਖਾ ਦੇ। ਵੈਸੇ ਚਲੋ ਹਾਲ ਵੇਖ ਲਓ, ਆ ਹਾਲ ਵੇਖ ਲਓ। ਧਾਰਮਿਕ ਹੈ ਇਹਦਾ ਹਾਲ ਵੇਖ ਲਓ ਤੁਸੀਂ। ਧਰਮ ਸਾਰੇ ਸਤਿਕਾਰਯੋਗ ਨੇ ਪਰ ਇਹਨਾਂ ਦਾ ਹਾਲ ਤੁਸੀਂ ਦੇਖ ਲਓ।
ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਧਾਰਮਿਕ ਬੇਅਦਬੀਆਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਸ਼ਹਿਰ ਰਾਜਪੁਰਾ ਦੇ ਮਸ਼ਹੂਰ ਰਵੀ ਬੁੱਕ ਡਿਪੂ ਤੋਂ ਸਾਹਮਣੇ ਆਇਆ ਹੈ, ਜਿਸ ਵਿੱਚ ਉਕਤ ਦੁਕਾਨਦਾਰ ਵੱਲੋਂ ਸ਼੍ਰੀ ਗੁਟਕਾ ਸਾਹਿਬ ਅਤੇ ਸ਼੍ਰੀਮਦ ਭਾਗਵਤ ਗੀਤਾ ਅਤੇ ਸ਼੍ਰੀ ਹਨੂਮਾਨ ਚਾਲੀਸਾ ਜਿਹੇ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਕਰ ਵੇਚੇ ਜਾ ਰਹੇ ਸਨ। ਜਦੋਂ ਇਸ ਦਾ ਪਤਾ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਲੱਗਿਆ ਤਾਂ ਉਹਨਾਂ ਨੇ ਇਸ ਦਾ ਵਿਰੋਧ ਕਰਦੇ ਹੋਏ ਪੁਲਿਸ ਨੂੰ ਪੂਰੀ ਜਾਣਕਾਰੀ ਦਿੱਤੀ, ਜਿਸ ਤੇ ਪੁਲਿਸ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਮੌਕੇ ਤੇ ਕੀ ਕਹਿਣਾ ਸੀ ਦਮਦਮੀ ਟਕਸਾਲ ਦੇ ਮੁਖੀ ਸਰਦਾਰ ਬਲਜਿੰਦਰ ਸਿੰਘ ਪਰਵਾਨਾ, ਰਾਸ਼ਟਰਵਾਦੀ ਹਿੰਦੂ ਨੇਤਾ ਅਸ਼ੋਕ ਚੱਕਰਵਰਤੀ, ਪੰਡਿਤ ਨਰੇਸ਼ ਕੁਮਾਰ ਅਤੇ ਡੀਐਸਪੀ ਰਾਜਪੁਰਾ ਸਰਦਾਰ ਸੁਰਿੰਦਰ ਮੋਹਨ ਦਾ। ਤੁਸੀਂ ਵੀ ਸੁਣੋ। IBN ਪੰਜਾਬ ਨਿਊਜ਼ ਦੇ ਲਈ ਬਿਊਰੋ ਰਿਪੋਰਟ ਰਾਜਪੁਰਾ। ਕੀ ਕਹਿਣਾ ਚਾਹੋਗੇ? ਤੁਸੀਂ ਇੱਥੇ ਪਹੁੰਚੇ ਹੋ ਮੌਕੇ ਤੇ, ਕੀ ਜਾਣਕਾਰੀ ਦਿਓ? ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਪਿੱਛੇ ਵੇਖ ਰਹੇ ਹੋ ਵੀ ਇਹ ਰਵੀ ਬੁੱਕ ਡਿਪੂ ਦੇ ਬਾਹਰ ਅੱਜ ਹਜ਼ਾਰਾਂ ਦੀ ਗਿਣਤੀ 'ਚ ਸੰਗਤ ਜਿਹੜੀ ਹੈ ਖੜੀ ਹੋਈ ਆ। ਇੱਥੇ ਗੁਰੂ ਸਾਹਿਬ ਜੀ ਦੀਆਂ ਪਾਵਨ ਪੋਥੀਆਂ ਨਿਤਨੇਮ ਤੇ ਸੁਖਮਨੀ ਸਾਹਿਬ ਤੇ ਜਾਂ ਹਿੰਦੀ ਪੰਜਾਬੀ ਦੇ ਵਿੱਚ ਬਹੁਤ ਭਾਰੀ ਮਾਤਰਾ ਦੇ ਵਿੱਚ ਸੀਗੇ ਤੇ ਬੇਅਦਬੀ ਵੀ ਬਹੁਤ ਵੱਡੀ ਹੋ ਰਹੀ ਸੀ। ਉੱਥੇ ਨਾਲ ਨਾਲ ਸਨਾਤਨ ਧਰਮ ਦੀਆਂ ਸ਼੍ਰੀਮਦ ਭਾਗਵਤ ਗੀਤਾ, ਰਮਾਇਣ, ਉਸ ਤੋਂ ਇਲਾਵਾ ਵਾਲਮੀਕ ਰਮਾਇਣ, ਹਨੂਮਾਨ ਚਾਲੀਸਾ, ਹੋਰ ਬੜੀਆਂ ਜਿਹੜੀਆਂ ਧਾਰਮਿਕ ਗ੍ਰੰਥ ਨੇ ਸਨਾਤਨ ਧਰਮ ਦੇ, ਉਹਨਾਂ ਦੀ ਵੀ ਬੜੀ ਘੋਰ ਬੇਅਦਬੀ ਹੋ ਰਹੀ ਸੀ। ਸੋ ਅੱਜ ਇਹਨਾਂ ਤੇ ਫਿਰ ਸਾਨੂੰ ਪਤਾ ਲੱਗਾ, ਅਸੀਂ ਆ ਕੇ ਚੈੱਕ ਕੀਤਾ ਤਾਂ ਅਸੀਂ ਪ੍ਰਸ਼ਾਸਨ ਨੂੰ ਬੁਲਾਇਆ। ਅਸੀਂ ਫਿਰ ਜਿਹੜਾ ਪਰਚਾ ਹੋਇਆ ਉਹ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਵੀ ਹੋਇਆ ਨਾਲ, ਤੇ ਜਿਹੜੇ ਇੱਥੇ ਸਿੱਖ ਸਾਡੇ ਗੁਰਸਿੱਖ ਪਰਿਵਾਰ ਸਾਡੇ ਸਿੰਘ ਸਾਰੇ ਉੱਥੇ ਕੰਗ ਸਾਹਿਬ ਉੱਥੇ ਮੌਜੂਦ ਸੀ, ਹੋਰ ਜਥੇਬੰਦੀਆਂ ਮੌਜੂਦ ਸੀ ਉੱਥੇ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨਾਲ ਨਰੇਸ਼ ਪੰਡਤ ਜੀ ਵੀ ਨਾਲ ਸੀ ਉੱਥੇ ਸਾਡੇ ਮੌਜੂਦ ਸੀਗੇ। ਸੋ ਇਹਨਾਂ ਸਾਰਿਆਂ ਵੱਲੋਂ ਜਿਹੜਾ ਪਰਚਾ ਅੱਜ ਹੋਇਆ 295A ਦਾ, ਉਹਦੇ ਵਿੱਚ ਇਹੀ ਆ ਵੀ ਜਿਹੜੀ ਪਹਿਲੀ ਗੱਲ ਤਾਂ ਇਹਨਾਂ ਕੋਲ ਕੋਈ ਅਥਾਰਟੀ ਨਹੀਂ ਹੈਗੀ, ਇਹ ਗੁਰਬਾਣੀ ਦੀ ਪੋਥੀ ਸੈਲ ਹੀ ਨਹੀਂ ਕਰ ਸਕਦੇ, ਸੇਲ ਕਰ ਹੀ ਨਹੀਂ ਸਕਦੇ, ਅਥਾਰਟੀ ਹੈ ਹੀ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪੋਥੀਆਂ ਜਿਹੜੀਆਂ ਨੇ ਜਾਂ ਨਿਤਨੇਮ ਦੀਆਂ ਸਟੀਕ ਨੇ ਜਾਂ ਨਿਤਨੇਮ ਦੀਆਂ ਪੋਥੀਆਂ, ਇਹ ਨਹੀਂ ਸੇਲ ਕਰ ਸਕਦੇ। ਇਹ ਗੁਰੂ ਘਰ ਤੋਂ ਜਾਂ ਗੁਰੂ ਘਰ ਨਾਲ ਜਿਹੜੀ ਸ਼ੋਪ ਸੀ ਕੇਵਲ ਧਾਰਮਿਕ ਲਿਟਰੇਚਰ ਮਿਲਦਾ ਉੱਥੇ। ਇੱਥੇ ਨੰਗੇ ਸਿਰ ਬੰਦਾ ਲੈਣ ਜਾਵੇ, ਨੰਗੇ ਸਿਰ ਬੰਦਾ ਲੈ ਕੇ ਗਲਫਾਵੇ ਪਾ ਕੇ ਤੁਰਦਾ ਬਣਦਾ। ਅਸੀਂ ਤਾਂ ਸਾਡਾ ਪਿਓ ਹੈ ਗੁਰੂ ਗ੍ਰੰਥ ਸਾਹਿਬ, ਅਸੀਂ ਤਾਂ ਇੱਕ ਪੋਥੀ ਨੂੰ ਵੀ ਸਤਿਕਾਰ ਦਿੰਦੇ ਹਾਂ ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਸਤਿਕਾਰ ਦਿੰਦੇ ਹਾਂ। ਸੋ ਉਸ ਤੋਂ ਬਾਅਦ ਬੇਅਦਬੀ ਦੀਆਂ ਘਟਨਾਵਾਂ ਰੋਜ਼ ਹੁੰਦੀਆਂ ਨੇ, ਕਦੇ ਫਲਾਣੀ ਜਗ੍ਹਾ ਗੁਟਕਾ ਸਾਹਿਬ, ਕਦੇ ਕਿਤੇ ਗੁਟਕਾ ਸਾਹਿਬ, ਕਦੇ ਸੁਖਮਨੀ ਸਾਹਿਬ। ਉਹ ਕਿਵੇਂ ਹੁੰਦੀਆਂ ਨੇ? ਉਹ ਇੱਦਾਂ ਹੀ ਹੁੰਦੀਆਂ ਨੇ। ਹੁਣ ਇੱਥੋਂ ਬੰਦਾ ਗੁਟਕਾ ਸਾਹਿਬ ਲੈ ਕੇ ਚਲਾ ਗਿਆ, ਕੀ ਅਥੈਂਟੀਫਿਕੇਸ਼ਨ ਹੈ, ਕੀ ਅਥਾਰਟੀ ਹੈ ਵੀ ਕਿੱਥੋਂ ਲੈ ਕੇ ਆ, ਕੌਣ ਹੈ, ਕੀ ਜ਼ਿੰਮੇਵਾਰ ਹੈ? ਸੋ ਗਿਆ। ਸੋ ਇਹ ਘਟਨਾਵਾਂ ਤਾਂ ਹੀ ਹੁੰਦੀਆਂ ਨੇ। ਸੋ ਇਹ ਪਰਚਾ ਕਰਾਉਣ ਦਾ ਮੇਨ ਰੀਜ਼ਨ ਸਾਡਾ ਕੋਈ ਰਵੀ ਜੀ ਨਾਲ, ਕੋਈ ਸਾਡਾ ਇਹਨਾਂ ਨਾਲ ਕੋਈ ਜੱਦੀ ਵੈਰ ਨਹੀਂ ਹੈਗਾ, ਸਾਡਾ ਬੜਾ ਪਿਆਰ ਸੀ। ਅਸੀਂ ਤਾਂ ਨੋਰਮਲ ਇਸੇ ਸ਼ੌਪ ਤੋਂ ਕਿਤਾਬਾਂ ਲੈਂਦੇ ਰਹੇ ਹਾਂ, ਸਮਾਨ ਲੈਂਦੇ ਰਹੇ ਹਾਂ, ਸਾਡਾ ਕੋਈ ਵੈਰ ਥੋੜ੍ਹੀ ਹੈ। ਪਰ ਅਸੀਂ ਪਰਚੇ ਦਾ ਰੀਜ਼ਨ ਇਹ ਹੈ ਵੀ ਹੁਣ ਪਿੱਛੇ ਬੈਲਟ ਕੀ ਆ, ਪਿੱਛੇ ਰੀਜ਼ਨ ਕੀ ਆ, ਕਿੱਥੋਂ ਜਿਹੜੀ ਹੈ ਇਹ ਚੇਨ ਚੱਲੀ ਆ, ਇਹ ਕਿੱਡਾ ਕੁ ਵੱਡਾ ਵਪਾਰ। ਇਹ ਕਿਤੇ ਆਪ ਤਾਂ ਨਹੀਂ ਛਾਪਦੇ, ਇਹ ਵੀ ਗੱਲ ਹੋ ਸਕਦੀ ਹੈ ਵੀ ਕਿਤੇ ਆਪ ਤਾਂ ਨਹੀਂ ਪ੍ਰਿੰਟਿੰਗ ਪ੍ਰੈਸ ਕਰਦੇ, ਪੋਥੀਆਂ ਦੀ ਪ੍ਰੈਸ ਛਾਪਦੇ। ਸੋ ਇਹਦੇ ਨਾਲ ਜਿੱਥੇ ਸਿੱਖ ਧਰਮ ਦਾ ਉੱਥੇ ਸਨਾਤਨ ਧਰਮ ਦਾ ਇੰਨਾ ਕੁ ਲਿਟਰੇਚਰ ਮਿਲਿਆ ਵੀ ਸ਼ਾਸਤਰੀ ਜੀ ਚੱਕਦੇ ਚੱਕਦੇ ਥੱਕ ਗਏ ਨੇ, ਮਤਲਬ ਨਰੇਸ਼ ਪੰਡਤ ਜੀ ਚੱਕਦੇ ਚੱਕਦੇ ਥੱਕ ਚੱਲੇ ਨੇ, ਇੰਨਾ ਲਿਟਰੇਚਰ ਮਿਲਿਆ। ਸੋ ਇੰਨੀ ਬੁਰੀ ਹਾਲਤ ਵਿੱਚ ਮਿਲਿਆ। ਸੋ ਅਸੀਂ ਧੰਨਵਾਦ ਕਰਦੇ ਹਾਂ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਵੀ ਕਰਦੇ ਹਾਂ, ਸਾਡੇ ਸਿੱਖ ਸਮਾਜ ਦੇ ਸਾਡੇ ਨੌਜਵਾਨ ਫੌਜਾਂ, ਨਿਹੰਗ ਸਿੰਘ ਫੌਜਾਂ, ਲਾਡਲੀਆਂ ਫੌਜਾਂ ਦਾ ਕਰਦੇ ਹਾਂ ਜਿਨ੍ਹਾਂ ਨੇ ਆ ਕੇ ਮੋਰਚਾ ਸਾਂਭਿਆ। ਤੇ ਵਿਸ਼ੇਸ਼ ਕਰਕੇ DSP ਸਰਦਾਰ ਸੁਰਿੰਦਰ ਸਿੰਘ ਜੀ, ਸ਼੍ਰੀ ਰਜੇਸ਼ ਮਲਹੋਤਰਾ ਸਿਟੀ, ਭੱਟੀ ਸਾਹਿਬ ਸਦਰ, ਕਿਰਪਾਲ ਸਿੰਘ ਜੀ ਬਨੂੜ SHO ਸਾਹਿਬ, ਤੇ ਨਾਲ ਅਵਤਾਰ ਸਿੰਘ ਜੀ ਕਸਤੂਰਬਾ। ਇਹਨਾਂ ਨੇ ਸਾਨੂੰ ਕੋਈ ਪ੍ਰੈਸ਼ਰ ਪਾਉਣ ਦੀ ਸਾਨੂੰ ਲੋੜ ਨਹੀਂ ਪਈ ਜਦੋਂ ਹਾਲਾਤ, ਕਿਉਂਕਿ ਮਸਲਾ ਸੈਂਸੀਟਿਵ ਹੈ, ਗੁਰਬਾਣੀ ਦਾ ਮਸਲਾ ਹੈ, ਇਹ ਨਿੱਜੀ ਮਸਲਾ ਨਹੀਂ ਸੀ। ਜਦੋਂ ਇਹਨਾਂ ਨੇ ਆਪ ਹਾਲਾਤ ਵੇਖੇ ਸੋ ਉਸੇ ਵੇਲੇ 295A ਦੀ ਕਾਰਵਾਈ ਬਣਦੀ ਸੀ।
ਉਹੀ ਕਾਰਵਾਈ ਹੋਈ ਆ। ਨਾਨ ਏਬਲ ਬਿੱਲ ਜਿਹੜਾ ਇਹ ਅਫੈਂਸ ਜਿਹੜੀ ਇਹਨਾਂ ਨੂੰ ਧਾਰਾ ਜਿਹੜੀ ਹੈ ਲੱਗੀ ਆ। ਸੋ ਪਰਚਾ ਨੰਬਰ ਕਿੰਨਾ ਤੁਹਾਨੂੰ ਸਵੇਰੇ ਪਤਾ ਲੱਗ ਜਾਏਗਾ। ਸੋ ਸਵੇਰੇ ਇਹਦਾ ਰਿਮਾਂਡ ਲਿਆ ਜਾਏਗਾ, ਫਿਰ ਇੰਟੈਰੋਗੇਸ਼ਨ ਹੋਏਗੀ ਕਿੱਥੋਂ ਕਿੱਥੋਂ ਕਿਵੇਂ ਕਿਵੇਂ ਆਇਆ। ਸੋ ਸਾਰੀ ਕੜੀ ਜਿਹੜੀ ਹੈ ਜੋੜਾਂਗੇ। ਬਾਕੀ ਧੰਨਵਾਦ ਕਰਦੇ ਹਾਂ ਵੀ ਸਾਡਾ ਭਾਈਚਾਰਾ ਰਾਜਪੁਰ ਦਾ ਕਾਇਮ ਹੈ। ਕਈਆਂ ਨੇ ਕੋਸ਼ਿਸ਼ ਕੀਤੀ ਇਸ ਚੀਜ਼ ਨੂੰ ਗਲਤ ਪਾਸੇ ਲੈ ਕੇ ਜਾਣ ਦੀ, ਪਰ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਸਮਾਜ ਦਾ, ਸਨਾਤਨੀਆਂ ਦਾ, ਸਾਰਿਆਂ ਦਾ ਵੀ ਸਾਡਾ ਭਾਈਚਾਰਾ ਇੱਦਾਂ ਹੀ ਬਣਿਆ ਰਹੇ। ਅਸੀਂ ਜੇ ਕੋਈ ਚਾਹੁੰਦਾ ਇਹਨੂੰ ਬੇਸ਼ੱਕ ਬਣਾ ਲੈਂਦੇ, ਹਿੰਦੂ ਸਿੱਖ ਮੁੱਦਾ ਬਣਾ ਲੈਂਦੇ, ਤੇ ਭਾਵੇਂ ਸਾਨੂੰ ਪਤਾ ਲੱਗਾ ਵੀ ਕਿਸੇ ਸੰਸਥਾ ਦੇ ਨਾਲ ਵੀ ਸੰਬੰਧ ਰੱਖਦੇ ਨੇ, ਪਰ ਨਹੀਂ, ਇਹਦਾ ਬਿਜ਼ਨਸ ਹੈ ਇਹਨਾਂ ਦਾ। ਬਿਜ਼ਨਸ ਕਰੋ ਤੁਸੀਂ ਜਿੰਨਾ ਮਰਜ਼ੀ ਕਰੋ, ਪਰ ਧਾਰਮਿਕ ਪੋਥੀਆਂ ਦੀ ਬੇਅਦਬੀ, ਮੈਂ ਕਹਿੰਦਾ ਵੀ ਜੇ ਚੱਕਰਵਰਤੀ 'ਚ ਖੜੇ ਨੇ, ਇਹਨਾਂ ਨੇ ਆ ਕੇ ਮੈਨੂੰ ਬੇਨਤੀ ਕੀਤੀ ਵੀ ਪ੍ਰਵਾਨਾ ਜੀ ਆਪਾਂ ਨਿਬੇੜ ਲਈਏ। ਮੈਂ ਇੱਕੋ ਗੱਲ ਕਹੀ ਇਹਨਾਂ ਨੂੰ, ਮੈਂ ਕਿਹਾ ਵੀ ਸਾਡੀਆਂ ਪੋਥੀਆਂ ਛੱਡੋ, ਤੁਸੀਂ ਇੱਕ ਵਾਰੀ ਆਪਣੇ ਧਰਮ ਦੇ ਗ੍ਰੰਥਾਂ ਦਾ ਹਾਲ ਵੇਖ ਲਓ। ਤੁਸੀਂ ਕਹੋਗੇ ਵੀ ਮੈਂ ਤਾਂ ਆਪ ਬੰਦੇ ਨੂੰ ਝਟਕਾ ਦਿਆਂ, ਤੇ ਇੱਥੋਂ ਤੱਕ ਤੁਸੀਂ ਕਹੋਗੇ। ਸੋ ਜਦੋਂ ਆ ਕੇ ਇਹਨਾਂ ਨੇ ਵੇਖਿਆ, ਨਰੇਸ਼ ਪੰਡਤ ਜੀ ਨੇ ਵੇਖਿਆ, ਤੁਹਾਨੂੰ ਸਾਰੀ ਕਹਾਣੀ ਚੱਕਰਵਰਤੀ ਸਾਹਿਬ ਆਪ ਦੱਸਣਗੇ ਵੀ ਕੀ ਹਾਲਾਤ ਨੇ। ਕਿੰਨੀ ਕੁ ਗਿਣਤੀ ਜੋ ਗੁਰਦੁਆਰਾ ਸਾਹਿਬ ਜੀ ਭਾਜੀ ਗਿਣਤੀ ਮੈਂ ਤਾਂ ਹੁਣ ਗਿਣਤੀ ਕੋਈ ਨਹੀਂ ਤੁਹਾਡੇ। ਅੱਛਾ, ਅਸੀਂ 2 ਘੰਟੇ 2.5 ਘੰਟੇ ਹੋ ਗਏ ਇਹਨੂੰ ਇਕੱਠੇ ਕਰਦਿਆਂ ਨੂੰ ਪੋਥੀਆਂ। ਹਿਸਾਬ ਲਾ ਲਓ ਕਿੰਨਾ ਕੁ ਪੋਥੀਆਂ ਰੱਖੀਆਂ ਹੋਣਗੀਆਂ ਧਾਰਮਿਕ ਲਿਟਰੇਚਰ। ਤੇ ਭਾਜੀ ਆਪਾਂ ਤਾਂ ਘਰ ਦੇ ਵਿੱਚ ਵੀ ਬੜੇ ਸਤਿਕਾਰ ਨਾਲ ਕੋਈ ਗੁਰਬਾਣੀ ਦੀ ਪੋਥੀ ਜਾਂ ਹਨੂੰਮਾਨ ਚਾਲੀਸਾ ਕੋਈ ਕਿਤੇ ਸਤਿਕਾਰ ਨਾ ਕਰਦੇ। ਇੱਥੇ ਤੁਸੀਂ ਦੱਸੋ ਸਤਿਕਾਰ ਕੀ ਸੀ? ਦਵਾਈਆਂ ਛਿੜਕੀਆਂ ਪਈਆਂ ਪੋਥੀਆਂ ਤੇ ਵੀ ਸਿਉਂਗਣ ਲੱਗ ਜੇ ਕੀੜੇ ਨਾਲ, ਪੋਥੀਆਂ ਦੇ ਉੱਪਰ ਦਵਾਈ ਛਿੜਕੀ ਪਈ ਹੈ ਪੋਥੀਆਂ ਦੇ ਉੱਪਰ। ਨਹੀਂ ਤੇ ਜਾ ਕੇ ਜੇ ਤੁਸੀਂ ਫਿਰ ਹੁਣ ਤਾਂ ਬੰਦ ਹੋ ਗਿਆ। ਸੋ ਇਹ ਹਾਲਾਤ ਸੀ ਭਾਜੀ, ਤਾਂ ਕਰਕੇ ਜਿਹੜੀ ਇਹ ਕਾਰਵਾਈ। ਹੋਰ ਦੁਕਾਨਦਾਰ ਵੀ ਇਦਾਂ ਦੇ ਹੋ ਸਕਦੇ ਨੇ ਜਿਹੜੇ ਇਦਾਂ ਦਾ ਕੁਝ ਕਰ ਰਹੇ ਨੇ। ਮੈਂ ਕਹਿੰਦਾ ਜਿਹੜੇ ਹੋਰ ਹੋਣਗੇ ਆਪੇ ਹੁਣ ਕਾਨੂੰਨ ਹੋਣਗੇ। ਬਾਕੀ ਹੁਣ ਪੁਲਿਸ ਦੀ ਜ਼ਿੰਮੇਵਾਰੀ ਹੈ, ਤਫਤੀਸ਼ ਕਰੇ ਤੇ ਆਪ ਵੇਖੇ ਤੇ ਕਾਰਵਾਈ ਕਰੇ। ਜੇ ਹੁਣ ਸਾਡੇ ਦੇ ਉੱਪਰ ਨਿਰਭਰ ਹੈ, ਸਾਡੀਆਂ ਆ ਬੈਠੀਆਂ ਫੌਜਾਂ ਇਹ ਤੇ ਗੁਰ ਕੇ ਨਿੰਦ ਸੁਣਾਣਾ ਕਾਨ ਭੇਟਾ ਸੰਗ ਕਰੋ ਕਿਰਪਾਨ ਵਾਲੀਆਂ ਫੌਜਾਂ ਹੈਗੀਆਂ ਨੇ, ਆਪੇ ਕਰੀ ਜਾਣਗੇ। ਧੰਨਵਾਦ ਜੀ। ਅਸ਼ੋਕ ਜੀ, ਇੱਕ ਧਾਰਮਿਕ ਗ੍ਰੰਥ ਮਿਲੇ ਹੈ, ਚਾਹੇ ਗੁਰੂ ਗ੍ਰੰਥ ਸਾਹਿਬ ਜੀ ਹੋਣ, ਚਾਹੇ ਹਿੰਦੂਤਵ ਦੇ ਹੋਣ, ਜਿਹੜੇ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ? ਇੱਕ ਨਿੱਜੀ ਦੁਕਾਨ ਬੁੱਕ ਸਟੋਰ ਤੋਂ ਮਿਲੇ। ਦੇਖੋ ਜੀ, ਮੈਂ ਤਾਂ ਇੱਕ ਗੱਲ ਕਹਿੰਦਾ, ਜੇ ਗ੍ਰੰਥ ਕੋਈ ਨਹੀਂ ਸੰਭਾਲ ਸਕਦਾ ਉਹਨੂੰ ਗ੍ਰੰਥ ਨਹੀਂ ਰੱਖਣੇ ਚਾਹੀਦੇ। ਬਾਕੀ ਬਹੁਤ ਮਾੜੀ ਗੱਲ ਹੈ, ਜਿਹੜੇ ਗ੍ਰੰਥਾਂ 'ਤੇ ਮਿੱਟੀ ਚੜੀ ਹੋਈ ਸੀ, ਸਹੀ ਤਰੀਕੇ ਨਾਲ ਨਹੀਂ ਰੱਖੇ ਹੋਏ ਸੀ, ਉਹ ਬਹੁਤ ਗਲਤ ਹੈ। ਉਹਨੂੰ ਸਜ਼ਾ ਮਿਲ ਰਹੀ ਹੈ ਤੇ ਪ੍ਰਸ਼ਾਸਨ ਨੇ ਪੂਰਾ ਸਹਿਯੋਗ ਕੀਤਾ। ਪ੍ਰਸ਼ਾਸਨ ਨੇ ਉਹਨਾਂ ਉੱਪਰ ਪਰਚਾ ਦਰਜ ਕੀਤਾ ਤੇ ਮੈਂ ਸਮਾਜ ਦੇ ਸਾਰੇ ਲੋਕਾਂ ਨੂੰ ਅਪੀਲ ਕਰਾਂਗਾ, ਰਾਜਪੁਰ ਦੇ ਲੋਕਾਂ ਨੂੰ, ਕਿ ਇੱਥੇ ਸ਼ਾਂਤੀ ਬਣਾਈ ਰੱਖੋ। ਇੱਥੇ ਸਾਰੇ ਚਾਹੇ ਕੇਸਦਾਰੀ ਭਰਾ ਹੈ ਜਾਂ ਸਹਿਦਾਰੀ ਭਰਾ ਹੈ, ਦੋਨੇ ਆਪਸ ਵਿੱਚ ਪਿਆਰ ਨਾਲ ਰਹਿੰਦੇ ਹਨ। ਇਹੋ ਜਿਹਾ ਮਾਹੌਲ ਖਰਾਬ ਨਾ ਕਰਨ ਕਿ ਤਾਂ ਕਿ ਬਾਅਦ ਵਿੱਚ ਦਿੱਕਤ ਨਾ ਆਵੇ। ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਸਾਰੇ ਸ਼ਾਂਤੀ ਨਾਲ ਰਹਿਣ ਤੇ ਪ੍ਰਸ਼ਾਸਨ ਕਾਰਵਾਈ ਕੀਤੀ ਹੈ ਉਹਨੂੰ ਸਜ਼ਾ ਮਿਲੇਗੀ। पंडित जी, आज एक धार्मिक लिटरेचर मिले हैं जिनकी बेअदबी का मामला जो सामने आया है, उसके बारे में आप क्या कहना चाहेंगे? कई और दुकानदार भी हो सकते हैं जिनकी दुकानों पे ऐसे लिटरेचर हो सकते हैं। देखो, अपने शहर में बहुत से ऐसे दुकानदार भाई हैं जो धार्मिक पुस्तकें भी बेचते हैं। धार्मिक पुस्तकें बेचना कोई बहुत बड़ी ऐसी बात नहीं है, लेकिन उनको आदर मान सत्कार होना चाहिए। जो यहाँ थोड़ा सा नहीं था वो अच्छी बात नहीं है। पुस्तकों पर मिट्टी चढ़ी हुई थी, ऐसे ही इधर उधर पड़ी हुई थी, जो हमने देखी आंखों से, बहुत मन दुखी हुआ। इसमें आप सब बैठ ले ही चुके हैं। हम तो यही सबसे अपील करेंगे कि ऐसे कार्य नहीं करने चाहिए। आप दुकानदार हो, दुकान करो, कोई समस्या नहीं है, लेकिन धार्मिक ग्रंथों की इस प्रकार से बेअदबी जब होती है तो बहुत मन को कष्ट होता है। सभी सनातन धर्म प्रेमी हैं, हम सनातन के ग्रंथों का रखवाले हैं, विश्व हिंदू परिषद इस काम में लगा हुआ है, लेकिन ये नहीं होना चाहिए। ये बहुत अच्छा नहीं हुआ। आप धर्म के साथ जुड़े हुए हैं, आप पंडित जी हैं, लोगों के साथ विचरते हैं, तो लोगों को क्या कहना चाहेंगे भी ऐसे धार्मिक ग्रंथों की बेअदबी ना हो? सभी से मेरी यही अपील है, सभी से मेरी प्रार्थना है, चाहे वो आपके घर में है, चाहे वो किसी दुकान में है, धार्मिक ग्रंथों को बड़े सत्कारपूर्वक रखना चाहिए, क्योंकि ये हमारे कानून हैं। हमारे ऋषि महापुरुषों ने अनेकों वर्षों तक घास फूस की रोटी खा करके इन दिव्य ग्रंथों को रच करके हमें दिया है। इन ग्रंथों के हमारे जीवन में बहुत बड़े उपयोग हैं। श्री रामचरितमानस, श्रीमद् भगवद गीता है, श्रीमद् भागवत महापुराण है, जो इन ग्रंथों को संभाल के रखना चाहिए, आदर मान पूर्वक रखना चाहिए, सत्कार पूर्वक रखना चाहिए। यही मेरी सबसे अपील है, चाहे वो किसी की दुकान में रखे हैं, चाहे किसी के घर में रखे हैं, चाहे मंदिर में रखे हैं, सबको ये ग्रंथ संभाल के रखने चाहिए, आदर से रखने चाहिए। पंडित जी, जगह जगह देखा जाता है गणेश चतुर्थी के दिन गणेश जी की मूर्तियाँ लगातार चौक पे दिखती हैं, खंडित पड़ी होती हैं, तो हिंदू भाईचारे को क्या कहना चाहेंगे आप? भी ऐसी जो खंडित मूर्तियां हैं, जो बनाने वाले हैं, जो बेअदबी करते हैं, उनके बारे में आप क्या करते हैं? हम सबसे अपील करते हैं, मंगलवार को हनुमान चालीसा पाठ होती है, हम सब इकट्ठे बैठ करके इस विषय पर चर्चा करते हैं
अपील करते हैं, हम सबसे प्रार्थना करते हैं भैया आप ऐसा ना करो। कई पीपलों के नीचे लोग टूटी प्रतिमा छोड़ जाते हैं। अगर प्रतिमा कहीं खंडित हो गई है तो उसको किसी प्रकार से बड़े आदर मान के साथ में जल प्रवाह करना चाहिए या उसका और कोई साधन करना चाहिए, गंगा मैया में प्रवाहित करना चाहिए। इस प्रकार बेअदबी किसी को भी नहीं करने का अधिकार है बिल्कुल। अगर हमारी निगाह में कोई ऐसा आता है तो हम उसको डांटते भी हैं, ताड़ते भी हैं, समझाते भी हैं, सभी प्रकार काम करते हैं। जैसे आज कार्रवाई हुई है, अगर हिंदू धर्म में भी ऐसी कोई कार्रवाई होती है तो उन लोगों को सज़ा मिलनी चाहिए? बिल्कुल मिलनी चाहिए। प्रशासन ने बहुत अच्छा कार्य किया है। अगर कोई भी करे, चाहे कोई भी करे, मैं ही क्यों ना हूँ, अगर धार्मिक ग्रंथ की या धार्मिक चिन्हों की बेदबी कोई करता है उसको सज़ा मिलनी चाहिए, ये तो बनती है। ठीक है पंडित। ਸ਼ਾਮ ਨੂੰ ਸਾਨੂੰ ਇੱਕ ਇਤਲਾਹ ਮਿਲੀ ਸੀ ਬਈ ਰਾਜਪੁਰਾ ਦੇ ਮੇਨ ਬਾਜ਼ਾਰ ਦੇ ਵਿੱਚ ਕਸਤੂਰਬਾ ਰੋਡ ਦੇ ਉੱਤੇ ਇੱਕ ਰਵੀ ਬੁੱਕ ਡਿਪੂ ਨਾਂ ਦੀ ਸ਼ਾਪ ਹੈਗੀ ਆ। ਉਹਦੇ ਉੱਤੇ ਕਾਫੀ ਮਾਤਰਾ ਦੇ ਵਿੱਚ ਗੁਟਕਾ ਸਾਹਿਬ ਤੇ ਹੋਰ ਸਨਾਤਨ ਧਰਮ ਦੇ ਕਾਫੀ ਗ੍ਰੰਥ ਜਿਹੜੇ ਹੈਗੇ ਨੇ ਉਹ ਉਹਨਾਂ ਨੇ ਰੱਖੇ ਹੋਏ ਨੇ ਤੇ ਉਹ ਮਰਿਆਦਾ ਦੀ ਉਹਨਾਂ ਨੇ ਉਲੰਘਣਾ ਕੀਤੀ ਹੋਈ ਹੈ ਤੇ ਰਾਦਰ ਜਿਹੜੇ ਹੈਗੇ ਨੇ ਗੁਟਕਾ ਸਾਹਿਬ ਉਹਨਾਂ ਕੋਲ ਵੇਚਣ ਦੀ ਕੋਈ ਪਰਮਿਸ਼ਨ ਵੀ ਹੈ ਨਹੀਂ ਤੇ ਨਾ ਉਹਨਾਂ ਦੀ ਕੋਈ ਪ੍ਰੋਪਰ ਟੇਕ ਕੇਅਰ ਕੀਤੀ ਜਾਂਦੀ ਹੈ। ਪੁਲਿਸ ਨੇ ਇਸ ਇਨਫੋਰਮੇਸ਼ਨ ਦੇ ਉੱਤੇ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਉਹਨਾਂ ਦੇ ਖਿਲਾਫ FIR ਦਰਜ ਕੀਤੀ ਤੇ ਉਹਦੇ ਵਿੱਚ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਤੇ ਅਸੀਂ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਲੋਕਲ ਹੋਰ ਹਿੰਦੂ ਸੰਸਥਾਵਾਂ ਦੀ ਮਦਦ ਲੈ ਕੇ ਜਿਹੜੇ ਸਾਰੇ ਗੁਟਕਾ ਸਾਹਿਬ ਸੀ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਾਕੀ ਜਿਹੜੇ ਗ੍ਰੰਥ ਸੀਗੇ ਉਹ ਹਿੰਦੂ ਸੰਸਥਾਵਾਂ ਦੇ ਜਿਹੜਾ ਹੈਗਾ ਉਹਨਾਂ ਦੇ ਹਵਾਲੇ ਕੀਤੇ ਗਏ ਨੇ। ਅੱਗੇ ਜਿਹੜੀ ਇਨਵੈਸਟੀਗੇਸ਼ਨ ਉੱਚ ਜਾਰੀ ਹੈ।